केमिकल युक्त रिफाइंड ऑयल से छुटकारा पाए, नैनो टेक्नोलॉजी कपड़े से फिल्टर्ड ज़ारा कच्ची घानी मस्टर्ड ऑयल अपनाएं फ्रॉम द हाउस ऑफ नाइसा मस्टर्ड ऑयल। ਦਿੱਲੀ ਦੀ ਜਿਹੜੀ ਸਿਸਟਮ ਹੈਗਾ ਉਹ ਅਕਾਲੀ ਦਲ ਬਾਦਲ ਨੂੰ ਹੁਣ ਜ਼ਿਆਦਾ ਨਹੀਂ ਪ੍ਰੈਫਰ ਕਰੇਗਾ। ਆਪਾਂ ਜੇ ਗੱਲ ਕਰੀਏ ਸਿਆਸਤ ਦੀ ਕਿ ਬੀਜੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਪੰਜਾਬ ਦੇ ਵਿੱਚ ਫਿੱਟ ਨਹੀਂ ਬੈਠ ਰਹੀ, ਤਾਂ ਕਰਕੇ ਉਹ ਕਿਨਾਰਾ ਕਰ ਰਹੇ ਨੇ। ਨਹੀਂ, ਟਕਸਾਲੀ ਅਕਾਲੀ ਜਿਹੜਾ ਇਹ ਕਹਿ ਰਹੇ ਕਿ ਵੀ ਅਸੀਂ ਅਲਾਇੰਸ ਉਦੋਂ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅਲਾਇੰਸ ਹੈ। ਉਹ ਅਲਾਇੰਸ ਤਾਂ ਚੱਲੇਗਾ ਨਹੀਂ ਨਾ, ਉਹ ਅਲਾਇੰਸ ਖਤਮ ਹੋ ਜਾਏਗਾ ਤਾਂ ਹੀ ਦੂਜਾ ਅਕਾਲੀ ਦਲ ਕੋਈ ਅਲਾਇੰਸ ਕਰੇਗਾ। ਬੀਜੇਪੀ ਵੀ ਤਾਂ ਹੀ ਕਰੇਗੀ। ਉਸ ਤੋਂ ਬਾਅਦ ਹੁਣ ਜਿਵੇਂ ਮਨਜੀਠੀਆ ਤੇ ਸੁਖਬੀਰ ਬਾਦਲ ਦਾ ਜਿਹੜਾ ਪਿਕਚਰ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਸਰਪ੍ਰਸਤੀ ਹੈ, ਉਹ ਮੈਨੂੰ ਲੱਗਦਾ ਕਿ ਬੀਜੇਪੀ ਉਹਦੇ ਨਾਲ ਐਡਜਸਟ ਨਹੀਂ ਕਰ ਪਾ ਰਹੀ। ਤੁਹਾਡੇ ਹੁੰਦਿਆਂ ਵੀ ਕਦੀ ਇਹੋ ਜਿਹਾ ਹੋਇਆ ਕਿ ਕਿਸੇ ਪਾਰਟੀ ਨੇ ਕਹਿਤਾ ਜਾਂ ਅਕਾਲੀ ਦਲ ਨੇ ਕਹਿ ਦਿੱਤਾ ਕਿ ਆਹ ਬਿਆਨ ਜਥੇਦਾਰ ਨੇ ਦੇਣਾ ਤੇ ਉਹ ਦੇ ਦਿੱਤਾ ਅੱਗੇ ਜਾ ਕੇ, ਤੁਹਾਡੇ ਹੁੰਦੇ ਹੋਇਆ ਵੀ? ਨਹੀਂ, ਦੇਖੋ ਜਥੇਦਾਰ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪਹਿਲੀ ਵਾਰੀ ਯੂਜ਼ ਨਹੀਂ ਕੀਤਾ, ਪਹਿਲਾਂ ਵੀ ਬਹੁਤ ਯੂਜ਼ ਕੀਤਾ ਉਹਨਾਂ ਨੇ। ਤੇ ਜਿਹੜਾ ਜਥੇਦਾਰ ਉਹਨਾਂ ਦੀ ਲਾਈਨ ਟੋ ਨਹੀਂ ਕਰਦਾ ਉਸ ਨੂੰ ਫਿਰ ਉਹ ਉਸ ਕੁਰਸੀ ਤੇ ਰਹਿਣ ਨਹੀਂ ਦਿੰਦੇ। ਨਹੀਂ, ਇਹਦੇ 'ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਕਿ ਐਸਜੀਪੀਸੀ ਦੀ ਇਲੈਕਸ਼ਨ ਨੂੰ ਵਰਤਿਆ ਜਾਂਦਾ ਹੈ। ਵਿਧਾਨ ਸਭਾ ਦੀ ਇਲੈਕਸ਼ਨ ਦੇ ਉੱਪਰ ਵੀ ਉਹਦਾ ਇਨਫਲੂਐਂਸ ਰਹਿੰਦਾ ਹਮੇਸ਼ਾ। ਉਹ ਜਿਹੜੀ ਤੁਸੀਂ ਬਿਹਾਰ ਰੈਜੀਮੈਂਟ ਦੀ ਗੱਲ ਕੀਤੀ ਹੈ, ਬਿਹਾਰ ਰੈਜੀਮੈਂਟ ਤਾਂ ਉਹੀ ਰੈਜੀਮੈਂਟ ਆ ਜਿਹਨੇ ਬਲੂ ਸਟਾਰ ਤੇ ਵੀ ਕੀਤਾ ਸੀ। ਬਲੂ ਸਟਾਰ ਦੇ ਟਾਈਮ ਵੀ ਇਹੀ ਰੈਜੀਮੈਂਟ ਅੱਗੇ ਗਈ ਸੀ। ਜੇ ਬਾਈ ਚਾਂਸ ਇਲੈਕਸ਼ਨ ਹੋ ਜਾਂਦੇ ਨੇ ਫਿਰ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਇਸ ਮੂਡ ਵਿੱਚ ਹੈਗੇ ਨੇ ਕਿ ਐਸਜੀਪੀਸੀ ਮੈਂਬਰ ਹੀ ਬਦਲਦੀ ਹੈ? केमिकल युक्त रिफाइंड ऑयल से छुटकारा पाए, नैनो टेक्नोलॉजी कपड़े से फिल्टर्ड ज़ारा कच्ची घानी मस्टर्ड ऑयल अपनाएं फ्रॉम द हाउस ऑफ नाइसा मस्टर्ड ऑयल। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਮੀਟਿੰਗ ਹੁੰਦੀ ਹੈ ਕੁਝ ਸਮਾਂ ਪਹਿਲਾਂ, ਤੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ ਕਿ ਐਸਜੀਪੀਸੀ ਚੋਣਾਂ ਜਿਹੜੀਆਂ ਨੇ ਉਹ 2022 ਤੋਂ ਪਹਿਲਾਂ ਸਰਕਾਰ ਨੂੰ ਕਰਾਉਣੀਆਂ ਚਾਹੀਦੀਆਂ ਨੇ। ਪਰ ਕਾਫੀ ਲੰਮਾ ਸਮਾਂ ਹੋ ਗਿਆ, ਤਕਰੀਬਨ 10 ਸਾਲ ਹੋ ਗਏ ਨੇ ਐਸਜੀਪੀਸੀ ਦੇ ਇਲੈਕਸ਼ਨ ਨਹੀਂ ਹੋਏ। ਤਾਂ ਕੀ ਸਿਆਸਤ ਜਿਹੜੀ ਹੈ ਐਸਜੀਪੀਸੀ ਦੇ ਇਲੈਕਸ਼ਨਾਂ ਨਾਲ ਵੀ ਜੁੜੀ ਹੋਈ ਹੈ? ਸਿਆਸਤ ਦੀ ਵਜ੍ਹਾ ਦੇ ਕਾਰਨ ਕੀ ਐਸਜੀਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ? ਹੁਣ ਇੱਥੇ ਢੀਂਡਸਾ ਪਰਿਵਾਰ ਵੀ ਐਕਟਿਵ ਹੈਗਾ, ਉਹ ਵੀ ਚਾਹੁੰਦਾ ਕਿ ਇਲੈਕਸ਼ਨ ਹੋਵੇ। ਪਰ ਸਵਾਲ ਇਹ ਕਿ ਜੇ ਇਲੈਕਸ਼ਨ ਹੁੰਦੇ ਨੇ ਤਾਂ ਕਿਹੜੇ ਲੋਕ ਜਾਂ ਕਿਹੜੀ ਸਿਆਸੀ ਪਾਰਟੀਆਂ ਇੱਥੇ ਐਕਟਿਵ ਹੋਣਗੀਆਂ ਤੇ ਅੱਗੇ ਜਾ ਕੇ ਪਾਰਟਿਸਿਪੇਟ ਕਰਨਗੀਆਂ। ਸਾਡਾ ਸਾਬਕਾ ਮੈਂਬਰ ਐਸਜੀਪੀਸੀ ਦੇ ਨੇ ਅਮਰਿੰਦਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਮਾਹੌਲ ਨੂੰ ਕਿੱਦਾਂ ਦੇਖਦੇ ਨੇ। ਉਹ ਦੂਸਰੇ ਪਾਸੇ ਇੱਥੇ ਵੀ ਗੱਲ ਕਹਿਣੀ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਅਕਾਲ ਤਖਤ ਤੋਂ ਬਿਆਨ ਆਉਂਦੇ ਨੇ, ਉਹ ਬਿਆਨ ਜੇ ਆਉਂਦੇ ਨੇ ਕਿਉਂਕਿ ਇਹ ਮੁੱਦਾ ਹਾਲੇ ਤੱਕ ਚੱਲੀ ਜਾਂਦਾ, ਅਲੱਗ-ਅਲੱਗ ਸਿੱਖ ਵਿਦਵਾਨਾਂ ਦੀ ਇਸ ਉੱਪਰ ਰਾਏ ਹੁਣ ਤੱਕ ਆ ਰਹੀ ਹੈ। ਜੇ ਇਸ ਤਰੀਕੇ ਦੇ ਕੋਈ ਬਿਆਨ ਆਉਂਦੇ ਨੇ ਤੇ ਬਿਆਨ ਦੇ ਪਿੱਛੇ ਵਜ੍ਹਾ ਕੀ ਹੁੰਦੀ ਹੈ? ਕਿ ਇਹ ਵੀ ਇੱਕ ਸਿਆਸਤ ਰਾਹੀਂ ਬਿਆਨ ਦਿੱਤੇ ਜਾਂਦੇ ਨੇ, ਜਾਂ ਆਪਾਂ ਕਹਿ ਦਈਏ ਕਿ ਇਹ ਵੀ ਇੱਕ ਸਿਆਸਤ ਦਾ ਇੱਕ ਹਿੱਸਾ ਹੁੰਦੇ ਨੇ? ਸਾਡੇ ਨਾਲ ਅਮਰਿੰਦਰ ਸਿੰਘ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਹੁਣ ਐਸਜੀਪੀਸੀ ਇਲੈਕਸ਼ਨ ਹੋਏ ਨਹੀਂ, 10 ਸਾਲ ਦਾ ਸਮਾਂ ਹੋ ਗਿਆ, ਹੁਣ ਅਕਾਲੀ ਟਕਸਾਲੀ ਐਕਟਿਵ ਹੈਗੇ ਨੇ, ਜੇ ਅੱਗੇ ਐਸਜੀਪੀਸੀ ਇਲੈਕਸ਼ਨ ਕਰਵਾਉਂਦੀ ਹੈ ਫਿਰ ਤੁਹਾਨੂੰ ਲੱਗਦਾ ਕਿ ਉੱਥੇ ਅਕਾਲੀ ਦਲ ਦਾ ਪੂਰਾ ਦਬਦਬਾ ਰਹੇਗਾ? ਦੇਖੋ ਵਿਜੇ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜਿਹੜੀ ਐਸਜੀਪੀਸੀ ਦੀ ਜਿਹੜੀ ਚੋਣ ਹੈ ਉਹ ਦਿੱਲੀ ਸਰਕਾਰ ਨੇ ਕਰਾਉਣੀ ਹੁੰਦੀ ਹੈ, ਕਿਉਂਕਿ 3 ਸਟੇਟਾਂ ਦੇ 3 ਤੋਂ ਵੀ ਮਤਲਬ ਆਪਾਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, 4 ਹੀ ਸਮਝੋ, 4 ਸਟੇਟਾਂ ਇਨਵੋਲਵ ਹੁੰਦੀਆਂ ਤੇ ਉਹਨਾਂ ਨੇ ਇਹ ਜਿਹੜੀ ਚੋਣ ਹੈ ਕਰਵਾਉਣੀ ਹੁੰਦੀ ਹੈ। ਸੋ ਇੱਕ ਪਰਟੀਕੂਲਰ ਕੋਈ ਵੀ ਸਟੇਟ ਆਪ ਆਪਣਾ ਇਹ ਫੈਸਲਾ ਨਹੀਂ ਕਰ ਸਕਦੀ। ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜੋ ਦਿੱਲੀ ਦੀ ਪੋਜੀਸ਼ਨ ਅੱਜ ਦੀ ਤਰੀਕ ਦੇ ਵਿੱਚ ਜੋ ਆਪਾਂ ਮਤਲਬ ਐਸਟੀਮੇਟ ਲਗਾ ਸਕਦੇ ਹਾਂ ਕਿ ਜਿਵੇਂ ਜਥੇਦਾਰ ਸਾਹਿਬ ਨੇ ਤੁਸੀਂ ਗੱਲ ਕੀਤੀ ਹੈ ਕਿ ਵੀ ਉਹਨਾਂ ਨੇ 6 ਜੂਨ ਨੂੰ ਜਿਹੜਾ ਖਾਲਿਸਤਾਨ ਦੇ ਪੱਖੀ ਬਿਆਨ ਦਿੱਤਾ ਹੈ, ਉਸ ਤੋਂ ਬਾਅਦ ਫਿਰ ਥੋੜ੍ਹਾ ਹਾ ਹੋਲਾ ਮਚਿਆ ਤੇ ਉਸ ਦੇ ਉੱਪਰ ਜਿਵੇਂ ਅਕਾਲੀ ਦਲ ਬਾਦਲ ਦਾ ਜਿਹੜਾ ਰਿਐਕਸ਼ਨ ਆਇਆ, ਉਸ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਹੈ ਕਿ ਬਈ ਦਿੱਲੀ ਦੀ ਜਿਹੜੀ ਸਿਸਟਮ ਹੈਗਾ ਉਹ ਅਕਾਲੀ ਦਲ ਬਾਦਲ ਨੂੰ ਹੁਣ ਜ਼ਿਆਦਾ ਨਹੀਂ ਪ੍ਰੈਫਰ ਕਰੇਗਾ ਤੇ ਉਹ ਕੋਈ ਹੋਰ ਹੀ ਬੰਦੇ ਪਸੰਦ ਕਰਨਗੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਉਹ ਆਪਣਾ ਗਠਬੰਧਨ ਕਰਨ, ਸਪੈਸ਼ਲੀ ਬੀਜੇਪੀ ਜਿਹੜੀ ਹੈ। ਨਹੀਂ, ਜੇ ਬੀਜੇਪੀ ਅਲਾਇੰਸ ਕਰਦੀ ਹੈ, ਹੁਣ ਅਕਾਲੀ ਟਕਸਾਲੀ ਕਹਿ ਰਹੇ ਨੇ ਕਿ ਅਸੀਂ ਅਲਾਇੰਸ ਨਹੀਂ ਕਰਾਂਗੇ ਬੀਜੇਪੀ ਨਾਲ, ਜੋ ਅਕਾਲੀ ਦਲ ਦੇ ਨਾਲ ਰਹਿੰਦੇ ਨੇ, ਤਾਂ ਫਿਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਤੁਸੀਂ ਕਿ ਅਕਾਲੀ ਟਕਸਾਲੀ ਬੀਜੇਪੀ ਦਾ ਫਿਰ ਦੂਜਾ ਰੂਪ ਹੋਏਗੀ? ਨਹੀਂ, ਟਕਸਾਲੀ ਅਕਾਲੀ ਜਿਹੜਾ ਇਹ ਕਹਿ ਰਹੇ ਕਿ ਵੀ ਅਸੀਂ ਅਲਾਇੰਸ ਉਦੋਂ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅਲਾਇੰਸ ਹੈ। ਉਹ ਅਲਾਇੰਸ ਤਾਂ ਚੱਲੇਗਾ ਨਹੀਂ ਨਾ, ਉਹ ਅਲਾਇੰਸ ਖਤਮ ਹੋ ਜਾਏਗਾ ਤਾਂ ਹੀ ਦੂਜਾ ਅਕਾਲੀ ਦਲ ਕੋਈ ਅਲਾਇੰਸ ਕਰੇਗਾ। ਬੀਜੇਪੀ ਵੀ ਤਾਂ ਹੀ ਕਰੇਗੀ। ਸੋ ਇਹਦੇ ਅਜੇ ਪ੍ਰੀ ਮੈਚਿਓਰ ਹੈ, ਲੇਕਿਨ ਕਿਉਂਕਿ ਅਜੇ 1.5 ਸਾਲ ਪਿਆ,
ਸੋ ਮੈਨੂੰ ਲੱਗਦਾ ਕਿ 1.5 ਸਾਲ ਦੇ ਵਿੱਚ ਐਸੇ ਹਾਲਾਤ ਬਣਾ ਦੇਣਗੇ ਕਿ ਬਈ ਅਕਾਲੀ ਦਲ ਬਾਦਲ ਨਾਲ ਉਹਨਾਂ ਦਾ ਤੋੜ ਵਿਛੋੜਾ ਹੋ ਜਾਏਗਾ। ਆਪਾਂ ਜੇ ਗੱਲ ਕਰੀਏ ਸਿਆਸਤ ਦੀ ਕਿ ਬੀਜੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਪੰਜਾਬ ਦੇ ਵਿੱਚ ਫਿੱਟ ਨਹੀਂ ਬੈਠ ਰਹੀ, ਤਾਂ ਕਰਕੇ ਉਹ ਕਿਨਾਰਾ ਕਰਦੇ ਨੇ। ਬੀਜੇਪੀ ਨੂੰ ਦੇਖੋ, ਜਿੱਥੇ ਤੱਕ ਵੱਡੇ ਬਾਦਲ ਸਾਹਿਬ ਦਾ ਸਵਾਲ ਸੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਟਿਊਨਿੰਗ ਸੀ ਉਹ ਠੀਕ ਸੀਗੀ। ਉਸ ਤੋਂ ਬਾਅਦ ਹੁਣ ਜਿਵੇਂ ਮਨਜੀਠੀਆ ਤੇ ਸੁਖਬੀਰ ਬਾਦਲ ਦਾ ਜਿਹੜਾ ਪਿਕਚਰ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਸਰਪ੍ਰਸਤੀ ਹੈ, ਉਹ ਮੈਨੂੰ ਲੱਗਦਾ ਕਿ ਬੀਜੇਪੀ ਉਹਦੇ ਨਾਲ ਐਡਜਸਟ ਨਹੀਂ ਕਰ ਪਾ ਰਹੀ ਕਿ ਉਹ ਕੋਈ ਹੋਰ ਹੀ ਸਿਸਟਮ ਬਣਾਉਣ ਦੀ ਉਹਦੇ ਵਿੱਚ ਉਹਨਾਂ ਦੀ ਤੁਰੇ ਹੋਏ ਆ। ਹੁਣ ਜਿਸ ਤਰੀਕੇ ਨਾਲ ਬਿਆਨ ਆਉਂਦੇ ਨੇ, ਤੁਸੀਂ ਵੀ ਐਸਜੀਪੀਸੀ ਮੈਂਬਰ ਰਹਿ ਚੁੱਕੇ ਹੋ, ਜਿਸ ਤਰੀਕੇ ਨਾਲ ਬਿਆਨ ਆਉਂਦੇ ਨੇ, ਤੁਹਾਡੇ ਹੁੰਦਿਆਂ ਵੀ ਕਦੀ ਇਹੋ ਜਿਹਾ ਹੋਇਆ ਕਿ ਕਿਸੇ ਪਾਰਟੀ ਨੇ ਕਹਿਤਾ ਜਾਂ ਅਕਾਲੀ ਦਲ ਨੇ ਕਹਿ ਦਿੱਤਾ ਕਿ ਆਹ ਬਿਆਨ ਜਥੇਦਾਰ ਨੇ ਦੇਣਾ ਤੇ ਉਹ ਦੇ ਦਿੱਤਾ ਅੱਗੇ ਜਾ ਕੇ, ਤੁਹਾਡੇ ਹੁੰਦੇ ਹੋਇਆ ਵੇ? ਨਹੀਂ ਦੇਖੋ, ਜਥੇਦਾਰ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪਹਿਲੀ ਵਾਰੀ ਯੂਜ਼ ਨਹੀਂ ਕੀਤਾ, ਪਹਿਲਾਂ ਵੀ ਬਹੁਤ ਯੂਜ਼ ਕੀਤਾ ਉਹਨਾਂ ਨੇ। ਤੇ ਜਿਹੜਾ ਜਥੇਦਾਰ ਉਹਨਾਂ ਦੀ ਲਾਈਨ ਟੋ ਨਹੀਂ ਕਰਦਾ ਉਸ ਨੂੰ ਫਿਰ ਉਹ ਉਸ ਕੁਰਸੀ ਤੇ ਰਹਿਣ ਨਹੀਂ ਦਿੰਦੇ, ਉਹਨੂੰ ਉਹ ਮਤਲਬ ਹਟਾ ਕੇ ਲਾਂਭੇ ਕਰਕੇ ਹੀ ਸਾਹ ਲੈਂਦੇ ਆ। ਤੇ ਇਹ ਜਿਹੜੇ ਹਰਪ੍ਰੀਤ ਸਿੰਘ ਹੈਗੇ, ਇੱਕ ਤਾਂ ਇਹ ਐਕਟਿੰਗ ਜਥੇਦਾਰ ਹੈਗੇ, ਇਹ ਖਾਲੀ ਐਕਟਿੰਗ ਅਕਾਲ ਤਖਤ ਸਾਹਿਬ ਦੇ ਨਹੀਂ ਹੈ, ਐਕਟਿੰਗ ਦਮਦਮਾ ਸਾਹਿਬ ਦੇ ਵੀ ਐਕਟਿੰਗ ਹੀ ਹੈਗੇ। ਸੋ ਐਕਟਿੰਗ ਦੀ ਜਗ੍ਹਾ ਤਾਂ ਉਹਨਾਂ ਦੇ ਕੋਲ ਮਤਲਬ ਕੰਮ ਹੀ ਸਿੱਧਾ ਕਿ ਬਈ ਪੱਕਾ ਜਥੇਦਾਰ ਜਦੋਂ ਮਰਜ਼ੀ ਲਾ ਦੇਣਾ ਉਹ। ਹੁਣ ਜਿਸ ਤਰ੍ਹਾਂ ਬਿਆਨ ਆਇਆ ਹੁਣ ਖਾਲਿਸਤਾਨ ਵਾਲਾ, ਤੁਹਾਨੂੰ ਲੱਗਦਾ ਕਿ ਇਹ ਹੁਣ ਸਿਆਸਤ ਦੇ ਪ੍ਰਭਾਵ ਹੇਠਾਂ ਹੀ ਬਿਆਨ ਆਇਆ ਕਿ ਉਹਨਾਂ ਦਾ ਆਪਦਾ ਨਿੱਜੀ ਬਿਆਨ ਹੋ ਸਕਦਾ? ਕਿਉਂਕਿ ਤੁਸੀਂ ਵੀ ਐਸਜੀਪੀਸੀ ਮੈਂਬਰ ਹੋ, ਕਾਫੀ ਲੰਮਾ ਤਜਰਬਾ ਤੁਹਾਨੂੰ ਵੀ ਰਿਹਾ। ਨਹੀਂ, ਨਿੱਜੀ ਬਿਆਨ ਨਹੀਂ ਹੋ ਸਕਦਾ, ਇਹ ਨਿੱਜੀ ਬਿਆਨ ਨਹੀਂ ਹੈ। ਕਿਉਂਕਿ ਨਿੱਜੀ ਬਿਆਨ ਕਿਵੇਂ ਹੋ ਸਕਦਾ ਜਦੋਂ ਆਪਣਾ ਐਸਜੀਪੀਸੀ ਦਾ ਪ੍ਰਧਾਨ ਉਹਨਾਂ ਦੇ ਨਾਲ ਬੈਠਾ, ਉਹ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਐਸਜੀਪੀਸੀ ਦਾ ਪ੍ਰਧਾਨ ਬਿਲਕੁਲ ਨਾਲ ਬੈਠਾ ਤੇ ਉਹ ਹਾਮੀ ਭਰ ਰਿਹਾ ਕਿ ਮੈਂ ਸਹਿਮਤ ਹਾਂ ਇਹਨਾਂ ਦੇ ਨਾਲ। ਉਹ ਫਿਰ ਬਿਆਨ 'ਚ ਪਲਟ ਵੀ ਜਾਂਦੇ ਨੇ, ਬਾਅਦ 'ਚ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਮੈਂ ਬਿਆਨ ਜੇ ਦਿੱਤਾ ਗਿਆ ਤੇ ਮੇਰਾ ਆਪਦਾ ਬਿਆਨ ਨਹੀਂ ਹੁੰਦਾ, ਪਰਸਨਲ ਹੋ ਸਕਦਾ। ਨਹੀਂ, ਪਲਟੇ ਨਹੀਂ ਹੈ ਉਹ। ਜਿਹੜੀ ਤੁਸੀਂ ਜਗਬਾਣੀ ਟੀਵੀ ਦੀ ਗੱਲ ਕਰ ਰਹੇ ਹੋ, ਉਹਦੇ ਤੇ ਤੁਸੀਂ ਉਹਨਾਂ ਦੀ ਫੇਸਬੁੱਕ ਪੇਜ ਤੇ ਜਾ ਕੇ ਦੇਖੋ ਤੇ ਉਹਨਾਂ ਨੇ ਉਹਨੂੰ ਕੰਡੈਮ ਕਰਤਾ। ਉਹ ਜਗਬਾਣੀ ਵਾਲੇ ਜਿਹੜੀ ਸਟੇਟਮੈਂਟ ਹੈ ਉਸ ਨੂੰ ਹਰਪ੍ਰੀਤ ਸਿੰਘ ਨੇ ਉਹਨੂੰ ਕੰਡੈਮ ਕਰਤਾ ਕਿ ਬਈ ਇਹ ਮੇਰੇ ਜਿਹੜੇ ਬਿਆਨ ਨੂੰ ਗਲਤ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਕਿ ਬਈ ਇਹ ਸੁਖਬੀਰ ਬਾਦਲ ਦੀ ਮਤਲਬ ਰਜ਼ਾਮੰਦੀ ਦੇ ਨਾਲ ਹੀ ਸਾਰਾ ਉਹਨਾਂ ਨੇ ਇਹ ਕੰਮ ਕੀਤਾ। ਹੁਣ ਇਲੈਕਸ਼ਨ ਹੈਗਾ, ਕਾਫੀ ਲੰਮਾ ਸਮਾਂ ਹੋ ਗਿਆ ਇਲੈਕਸ਼ਨ ਨਹੀਂ ਹੋਈ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪੰਜਾਬ ਦੇ ਇਲੈਕਸ਼ਨ ਸਿਆਸਤ ਦੀ ਆਪਾਂ ਗੱਲ ਕਰ ਲਈਏ, ਰਾਜਨੀਤੀ ਦੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੋ ਗਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਹੋ ਗਈ ਪੰਜਾਬ ਤੇ ਉਸ ਆਧਾਰ ਤੇ ਸਕਦੇ ਹਾਂ ਆਪਾਂ ਕਿ ਜਿਹਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਂ ਕਮੇਟੀ ਦੇ ਵਿੱਚ ਕਿਸਾਨਗਾਠ ਹੈਗੀ ਹੈ, ਇਲੈਕਸ਼ਨ ਜਦੋਂ ਹੁੰਦੇ ਨੇ ਉਹ ਅੱਗੇ ਜਾ ਕੇ ਜਿੱਤ ਜੇਗੀ? ਦੇਖੋ, ਇਲੈਕਸ਼ਨ ਤਾਂ ਦਿੱਲੀ ਸਰਕਾਰ ਉਸ ਸਮੇਂ ਕਰਾਏਗੀ ਜਦੋਂ ਉਹਨਾਂ ਨੂੰ ਮਾਹੌਲ ਦਿਖੇਗਾ ਕਿ ਬਈ ਸਾਡੇ ਪੱਖੀ ਜਿਹੜੇ ਮੈਂਬਰ ਹੈ ਉਹ ਜਿੱਤਣ ਦੀ ਕਪੈਸਿਟੀ ਰੱਖਦੇ ਆ। ਜਦੋਂ ਤੱਕ ਉਸ ਮਾਹੌਲ ਨਹੀਂ ਬਣੇਗਾ ਉਦੋਂ ਤੱਕ ਉਹ ਇਲੈਕਸ਼ਨ ਅਨਾਊਂਸ ਨਹੀਂ ਕਰਨਗੇ। ਤੇ ਅਜੇ ਮੈਨੂੰ ਇਹ ਲੱਗਦਾ ਕਿ ਬਈ ਜੇ ਉਹਨਾਂ ਨੇ ਇਹਨਾਂ ਤੋਂ ਛੁਟਕਾਰਾ ਪਾਉਣਾ ਹੀ ਹੈ ਬਾਦਲ ਫੈਮਿਲੀ ਤੋਂ, ਤੇ ਉਹਦੇ ਰਸਤੇ ਹੋਰ ਬੜੇ ਹੈ। ਉਹ ਨਵੰਬਰ ਦੇ ਵਿੱਚ ਹੀ ਕਰ ਦੇਣਗੇ, ਕਿਉਂਕਿ ਨਵੰਬਰ ਦੇ ਵਿੱਚ ਹਰ ਸਾਲ ਜਦੋਂ ਐਸਜੀਪੀਸੀ ਦੇ ਪ੍ਰਧਾਨ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਹੀ ਉੱਪਰ ਥੱਲੇ ਕਰ ਦੇਣਗੇ ਕੰਮ ਨੂੰ। ਇਹ ਤਾਂ ਲੱਗਦਾ ਕਿ ਇਲੈਕਸ਼ਨ ਹੋ ਸਕਦੇ ਨਵੰਬਰ ਦੇ ਵਿੱਚ, ਜਾਂ ਫਿਰ ਸਿੱਧਾ ਥਾਪੜਾ ਦੇ ਕੇ ਅਕਾਲੀ ਟਕਸਾਲੀ ਨੂੰ ਉਹਦੀ ਕਮਾਂਡ ਦਿੱਤੀ ਜਾਏਗੀ? ਨਹੀਂ, ਅਕਾਲੀ ਟਕਸਾਲੀ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਵੀ ਸੁਖਬੀਰ ਬਾਦਲ ਦੀ ਜਿਹੜੀ ਕਮਾਂਡ ਐਸਜੀਪੀਸੀ ਦੇ ਉੱਪਰ ਹੈਗੀ ਹੈ ਉਹਨੂੰ ਜੇ ਉਹਨਾਂ ਨੇ ਖਤਮ ਕਰਨਾ ਤਾਂ ਨਵੰਬਰ ਦੇ ਵਿੱਚ ਜਿਹੜਾ ਜਨਰਲ ਹਾਊਸ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਹੀ ਕਰ ਦੇਣਗੇ। ਉਹ ਮੈਂਬਰਸ ਨੂੰ ਕਰ ਲੈਣਗੇ ਉੱਪਰ ਥੱਲੇ। ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਇਲੈਕਸ਼ਨ ਹੈਗੀ ਐਸਜੀਪੀਸੀ ਦੀ, ਇਹਨੂੰ ਸਿਰਫ ਵੋਟਾਂ ਵਾਸਤੇ ਵਰਤਿਆ ਜਾਂਦਾ ਜਾਂ ਸਿਆਸਤ ਵਾਸਤੇ ਵਰਤਿਆ ਜਾਂਦਾ ਵੀ ਜਦੋਂ ਇਲੈਕਸ਼ਨ ਨੇੜੇ ਹੁੰਦੇ ਨੇ ਕੋਈ ਇਹੋ ਜਿਹਾ ਪ੍ਰਭਾਵ ਪਾਈਏ ਐਸਜੀਪੀਸੀ ਤੇ ਜਾ ਕੇ ਕਿ ਲੋਕਾਂ ਦੀ ਜਿਹੜੀ ਵੋਟ ਆ ਉਹ ਆਪਣੇ ਵੱਲੋਂ ਪਾਸੇ ਕਰ ਲਈ ਜਾਵੇ? ਇਹਦੇ 'ਚ ਤਾਂ ਕੋਈ ਦੋ ਰਾਵਾਂ ਹੈ ਹੀ ਨਹੀਂ ਕਿ ਐਸਜੀਪੀਸੀ ਦੀ ਇਲੈਕਸ਼ਨ ਨੂੰ ਵਰਤਿਆ ਜਾਂਦਾ। ਵਿਧਾਨ ਸਭਾ ਦੀ ਇਲੈਕਸ਼ਨ ਦੇ ਉੱਪਰ ਵੀ ਉਹਦਾ ਇਨਫਲੂਐਂਸ ਰਹਿੰਦਾ ਹਮੇਸ਼ਾ। ਜੇ ਮੰਨ ਲਓ ਐਸਜੀਪੀਸੀ ਦੀ ਇਲੈਕਸ਼ਨ ਵਿਧਾਨ ਸਭਾ ਇਲੈਕਸ਼ਨ ਤੋਂ ਥੋੜ੍ਹੀ ਦੇਰ ਪਹਿਲਾਂ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਐਸਜੀਪੀਸੀ ਦੀ ਇਲੈਕਸ਼ਨ ਜਿੱਤਦਾ ਉਹਦੀ ਹਵਾ ਬਣਦੀ ਹੈ, ਉਹਦਾ ਇੱਕ ਮੈਸੇਜ ਜਾਂਦਾ ਕਿ ਵੀ ਇਹ ਬੰਦੇ ਜਿਹੜੇ ਹੈਗੇ ਆ ਪੂਰੇ ਸਿੱਖ ਜਗਤ ਇਹਨਾਂ ਦੇ ਪਿੱਛੇ ਖੜਾ ਹੈ। ਸੋ ਉਹ ਇੱਕ ਟੈਂਪੋ ਜ਼ਰੂਰ ਬਣਦਾ ਤੇ ਐਸਜੀਪੀਸੀ ਵੀ ਮਤਲਬ ਸਿਆਸਤ ਦਾ ਹੀ ਇੱਕ ਛੋਟਾ ਉਹ ਹੈਗਾ। ਹੁਣ ਆਪਾਂ ਜੇ ਗੱਲ ਕਰੀਏ ਭਾਰਤ ਤੇ ਚੀਨ ਉੱਤੇ, ਮੈਂ ਤੁਹਾਡੇ ਅੱਗੇ ਵੀ ਗੱਲ ਰਿਐਕਸ਼ਨ ਲੈਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਹੁਣ ਭਾਰਤ ਚੀਨ ਦਾ ਆਪਸ ਵਿੱਚ ਬਹਿਸ ਹੋਈ ਹੈ ਜਾਂ ਇੱਕ ਦੂਜੇ ਨਾਲ ਉਹ ਹੁਣ ਰਿਐਕਟ ਕਰਦੇ ਨੇ, ਆਪਣੇ ਜਵਾਨ ਵੀ ਸ਼ਹੀਦ ਹੋ ਗਏ ਨੇ, ਫਿਰ ਅੱਗੇ ਜਾ ਕੇ ਚੀਨ ਦੀ ਕੀ ਰਣਨੀਤੀ ਦੇਖਦੇ ਹੋ ਜਾਂ ਭਾਰਤ ਦੀ ਕੀ ਰਣਨੀਤੀ ਦੇਖਦੇ ਹੋ? ਕਿਉਂਕਿ ਬਿਹਾਰ ਰੈਜੀਮੈਂਟ ਹੈਗੀ ਸੀ ਜਿਨ੍ਹਾਂ ਉੱਤੇ ਅਟੈਕ ਹੋਇਆ ਸੀ, ਹੁਣ ਅੱਗੇ ਜਾ ਕੇ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਨਾਲ ਭਾਰਤ ਜਿਹੜਾ ਹੈਗਾ ਇਸ 'ਚ ਰਿਐਕਟ ਕਰੇਗਾ? ਦੇਖੋ, ਜਿਹੜੀ ਤੁਸੀਂ ਬਿਹਾਰ ਰੈਜੀਮੈਂਟ ਦੀ ਗੱਲ ਕੀਤੀ ਹੈ, ਬਿਹਾਰ ਰੈਜੀਮੈਂਟ ਤਾਂ ਉਹੀ ਰੈਜੀਮੈਂਟ ਆ ਜਿਹਨੇ ਬਲੂ ਸਟਾਰ ਤੇ ਵੀ ਕੀਤਾ ਸੀ। ਬਲੂ ਸਟਾਰ ਦੇ ਟਾਈਮ ਵੀ ਇਹੀ ਰੈਜੀਮੈਂਟ ਅੱਗੇ ਗਈ ਸੀ। ਤੇ ਦੇਖੋ, ਜਿਹੜਾ ਕੁਝ ਬਾਰਡਰ ਤੇ ਹੋਇਆ ਬੜਾ ਅਫਸੋਸਨਾਕ ਹੈ। ਬੰਦੇ ਨਹੀਂ ਮਰਨੇ ਚਾਹੀਦੇ ਕਿਸੇ ਵੀ ਖਿੱਤੇ ਦੇ ਹੋਣ, ਕਿਸੇ ਵੀ ਦੇਸ਼ ਦੇ ਹੋਣ। ਈਵਨ ਜੇ ਚਾਈਨਾ ਦੇ ਵੀ ਬੰਦੇ ਮਰੇ ਆ ਉਹ ਵੀ ਅਫਸੋਸਨਾਕ ਗੱਲ ਹੈਗੀ ਆ, ਉਹ ਚੀਜ਼ ਨਹੀਂ ਹੋਣੀ ਚਾਹੀਦੀ।
ਪਰ ਮੈਂ ਸਮਝਦਾ ਕਿ ਬਈ ਜਿਹੜੀ ਇਹ ਭਗਤਾਂ ਦੀ ਜਿਹੜੀ ਪਾਲਿਸੀ ਹੈ, ਸਪੈਸ਼ਲੀ ਜਿਹੜੀ ਫੋਰਨ ਪਾਲਿਸੀ ਹੈ, ਇਹ ਉਹਦੇ 'ਤੇ ਰਿਫਲੈਕਸ਼ਨ ਹੈਗੀ ਹੈ ਕਿ ਉਹ ਹੁਣ ਅੰਨ੍ਹੇਵਾਹ ਹਿੰਦੀ ਹਿੰਦੂ ਹਿੰਦੁਸਤਾਨ ਦੀ ਜਿਹੜਾ ਨਾਅਰਾ ਲਾਉਣ ਵਾਲੇ ਬੰਦੇ ਹੈਗੇ ਆ, ਉਹ ਉਹਨਾਂ ਦੀ ਦੈਟ ਮੀਨਸ ਫੇਲੀਅਰ ਦਿਖ ਰਹੀ ਹੈ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਇੰਨੀ ਮਤਲਬ ਜਿੱਲਤ ਭਰੀ ਜਿਹੜੀ ਮਾਹੌਲ ਬਣਿਆ ਤੇ ਉਹ ਚੁੱਪਚਾਪ ਬੈਠੇ ਆ। ਅਜੇ ਵੀ ਜੇ ਥੋੜੀ ਬਹੁਤੀ ਅਣਖ ਹੋਵੇ ਤਾਂ ਕੁਛ ਨਾ ਕੁਛ ਰਿਐਕਸ਼ਨ ਜ਼ਰੂਰ ਆਉਣਾ ਚਾਹੀਦਾ ਹੈ। ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਿੰਦੂ ਦਾ ਆਪਾਂ ਇੱਕ ਨਾਰਾ ਲਗਾਇਆ ਸੀ, ਉਸ ਤੋਂ ਬਾਅਦ ਕਾਫੀ ਬਾਰਡਰ ਜਿਹੜਾ ਸ਼ਾਂਤਪੂਰਨ ਮਾਹੌਲ ਉੱਥੇ ਰਿਹਾ ਸੀ। ਹੁਣ ਜਿਸ ਤਰੀਕੇ ਨਾਲ ਚੀਨ ਇਹ ਸਾਰਾ ਵਰਤਾਰਾ ਕਰ ਰਿਹਾ, ਫਿਰ ਤੁਹਾਨੂੰ ਲੱਗਦਾ ਅੱਗੇ ਜਾ ਕੇ ਪੰਜਾਬ ਦੀ ਸਿਆਸਤ ਉੱਤੇ ਜਾਂ ਪੰਜਾਬ ਦੇ ਜਿਹੜੇ ਇੱਥੇ ਪੰਜਾਬੀਆਂ ਦੇ ਅਸਰ ਪਊਗਾ ਕਿਤੇ ਨਾ ਕਿਤੇ? ਦੇਖੋ, ਜਿੰਨੀ ਦੇਰ ਭਾਰਤ ਔਰ ਚੀਨ ਦੀ ਟੈਨਸ਼ਨ ਬਣੀ ਰਹੇਗੀ ਉਨੀ ਦੇਰ ਪੰਜਾਬ ਦੇ ਉੱਪਰ ਕੋਈ ਅਸਰ ਨਹੀਂ ਪੈਣਾ। ਪੰਜਾਬ ਵੱਲ ਕਿਸੇ ਨੇ ਨਹੀਂ ਦੇਖਣਾ। ਦਿੱਲੀ ਦਰਬਾਰ ਜਿਹੜਾ ਉੱਧਰ ਉਲਝਿਆ ਰਹੇਗਾ, ਪੰਜਾਬ ਨੂੰ ਬਿਲਕੁਲ ਟੱਚ ਨਹੀਂ ਕਰੇਗਾ ਉਹ। ਲੇਕਿਨ ਜੇ ਉੱਥੇ ਸ਼ਾਂਤੀ ਹੁੰਦੀ ਹੈ ਤਾਂ ਫਿਰ ਉਹ ਪੁਰਾਣੀ ਪਾਲਿਸੀ 'ਤੇ ਆ ਜਾਣਗੇ ਕਿ ਇਹ ਬਈ ਅਸੀਂ ਇਹਨਾਂ ਨੂੰ ਵਾਪਸ ਇਹਨਾਂ ਨੂੰ ਹਿੰਦੂਇਜ਼ਾਈਜੇਸ਼ਨ ਜਿਹੜੀ ਕਰਨੀ ਹੈ, ਉਹ ਖਾਲੀ ਪੰਜਾਬ ਨਹੀਂ, ਪੂਰੇ ਇੰਡੀਆ ਦੇ ਵਿੱਚ ਹੀ ਚੱਲ ਰਿਹਾ। ਅਤੇ ਉਹ ਮੈਂ ਇਹ ਮੰਨਦਾ ਕਿ ਉਹਨੂੰ ਇੱਕ ਸੈਟਬੈਕ ਵੱਜ ਰਹੀ ਹੈ। ਜਿਵੇਂ ਮਹਾਰਾਸ਼ਟਰ ਦੀ ਗਵਰਨਮੈਂਟ ਦੇ ਵਿੱਚ ਆਪਾਂ ਦੇਖਿਆ ਫਾਰਮੇਸ਼ਨ ਦੇ ਵਿੱਚ ਬੀਜੇਪੀ ਨਾਲ ਕਿਵੇਂ ਉਹਨੇ ਤੋੜ ਵਿਛੋੜਾ ਕੀਤਾ ਹੈ ਕਿ ਮਰਾਠੀ ਮਾਨੁਸ਼ ਪਹਿਲਾਂ ਹੈਗਾ ਬਈ ਅਸੀਂ ਪਹਿਲਾਂ ਮਰਾਠਾ ਜਿਹੜੇ ਹੈਗੇ ਉਹਦੇ ਇੰਟਰਸਟ ਵਾਚ ਕਰਾਂਗੇ ਅਤੇ ਅਸੀਂ ਤੁਹਾਡੇ ਹਿੰਦੂ ਹਿੰਦੁਸਤਾਨ ਦੇ ਨਾਰੇ ਦੇ ਨਾਲ ਬਾਅਦ 'ਚ। ਸੋ ਇਹ ਚੀਜ਼ ਪੰਜਾਬ ਦੇ ਵਿੱਚ ਵੀ ਇੱਕ ਦਿਨ ਆਏਗੀ ਅਤੇ ਪੰਜਾਬ ਦਾ ਹਿੰਦੂ ਜਿਹੜਾ ਹੈਗਾ ਉਹ ਇਹ ਗੱਲ ਦਿੱਲੀ ਨੂੰ ਕਹੇਗਾ ਕਿ ਮੈਨੂੰ ਪਹਿਲਾਂ ਆਪਣੇ ਖਿੱਤੇ ਦੇ ਇੰਟਰਸਟ ਜਿਹੜੇ ਆ ਉਹ ਪਿਆਰੇ ਆ ਅਤੇ ਹਿੰਦੂ ਹਿੰਦੁਸਤਾਨ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰੀਏ। ਸੋ ਉਹ ਜਦੋਂ ਸਮਾਂ ਆਏਗਾ ਅਤੇ ਫਿਰ ਸਾਰਾ ਕਰੈਕਸ਼ਨ ਆਏਗੀ, ਮੈਂ ਮੰਨਦਾ। ਹੁਣ ਮੈਂ ਦੁਬਾਰਾ SGPC ਦੇ ਚੋਣਾਂ ਦੀ ਗੱਲ ਕਰਾਂ। ਹੁਣ ਜਿਸ ਤਰੀਕੇ ਨਾਲ ਢੀਂਡਸਾ ਪਰਿਵਾਰ ਜਿਹੜਾ ਹੈਗਾ ਜਾਂ ਸੁਖਦੇਵ ਸਿੰਘ ਢੀਂਡਸਾ ਐਕਟਿਵ ਹੋ ਗਏ ਨੇ, ਤਾਂ ਲੱਗਦਾ ਕਿ ਇਹ ਵੀ ਇੱਕ ਮੋਹਰਾ ਹੋ ਸਕਦਾ ਜਾਂ ਬੀਜੇਪੀ ਨੇ ਇਹਨਾਂ ਨੂੰ ਭੇਜਿਆ ਹੋਵੇ। ਠੀਕ ਹੈ, ਜੇ ਅਕਾਲੀ ਦਲ ਨੂੰ ਖਤਮ ਕਰਨਾ ਹੋਵੇ ਤਾਂ ਆਪਾਂ ਸੁਖਦੇਵ ਸਿੰਘ ਢੀਂਡਸਾ ਨੂੰ ਉੱਥੇ ਜਾ ਕੇ ਉਹਨਾਂ ਗੱਲਬਾਤ ਕੀਤੀ ਜਾ ਸਕਦੀ ਜਾਂ ਥਾਪੜਾ ਦੇ ਕੇ ਤੋਰਿਆ ਹੋਵੇ ਬੀਜੇਪੀ ਨੇ ਇਹਨਾਂ ਨੂੰ। ਹੋ ਸਕਦਾ ਜੇ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਨਾਲ ਤੋੜ ਵਿਛੋੜਾ ਕਰਨਾ ਤਾਂ ਕੋਈ ਨਾ ਕੋਈ ਆਲਟਰਨੇਟ ਤਾਂ ਖੜਾ ਕਰਨਗੇ ਹੀ, ਅਤੇ ਉਹ ਆਲਟਰਨੇਟ ਕਿਸ ਨੂੰ ਬਣਾਉਣਗੇ ਉਹ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ, ਢੀਂਡਸਾ ਪਰਿਵਾਰ ਨੂੰ ਥਾਪੜਾ ਦਿਖ ਰਿਹਾ। ਜਿਸ ਤਰੀਕੇ ਦੇ ਨਾਲ ਉਹ ਐਕਟਿਵ ਹੋਏ ਆ, ਉਹਨਾਂ ਨੇ ਦੁਬਾਰਾ ਰੀਜੁਆਇਨਿੰਗ ਸ਼ੁਰੂ ਕੀਤੀ ਹੈ ਬੰਦਿਆਂ ਦੀ, ਅਤੇ ਡੇਲੀ ਉਹਨਾਂ ਦੀਆਂ ਖਬਰਾਂ ਆ ਰਹੀਆਂ। ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੋਏਗੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਕਿ ਉਹ ਆਪਣੀ ਪਾਰਟੀ ਬਣਾ ਲੈਣ ਅਤੇ ਟਕਸਾਲੀਆਂ ਦੇ ਨਾਲ ਉਹਨਾਂ ਦਾ ਮਤਲਬ ਜਿਹੜੀ ਹੈ ਕਿਸ ਤਰੀਕੇ ਦਾ ਵਿਵਹਾਰ ਰਹਿੰਦਾ, ਟਕਸਾਲੀ ਉਹਨਾਂ 'ਚ ਮਰਜ ਹੁੰਦੇ ਆ ਜਾਂ ਉਹ ਟਕਸਾਲੀਆਂ 'ਚ ਮਰਜ ਹੁੰਦੇ ਆ, ਇੱਦਾਂ ਦੀ ਕੁਝ ਸੰਭਾਵਨਾ ਦਿਖ ਰਹੀ ਹੈ। ਪਹਿਲਾਂ ਹੁਣ ਜਿਵੇਂ ਗੱਲ ਕੀਤੀ ਜਾਂਦੀ ਸੀ ਪੂਰੇ ਪੰਜਾਬ ਦੇ ਵਿੱਚ ਸਿਆਸਤ ਵੀ ਗੱਲ ਕਰ ਰਿਹਾ ਸੀ ਕਿ SGPC ਨੂੰ ਬਾਦਲਾਂ ਦੇ ਪਰਿਵਾਰ ਵਿੱਚੋਂ ਜਾਂ ਅਕਾਲੀ ਦਲ ਤੋਂ ਛੁਡਾਉਣਾ ਚਾਹੀਦਾ। ਹੁਣ ਦੁਬਾਰਾ ਜੇ ਬੀਜੇਪੀ ਇਸ ਤਰੀਕੇ ਨਾਲ ਕਾਬਜ਼ ਹੋ ਜਾਂਦੀ ਹੈ SGPC ਤੇ ਜਾ ਕੇ, ਫਿਰ ਤਾਂ ਲੱਗਦਾ ਫਿਰ ਦੁਬਾਰਾ ਔਖਾ ਹੋ ਜਾਊਗਾ ਛੁਡਾਉਣਾ। ਇੱਥੇ ਲੋਕਾਂ ਨੂੰ ਸੋਚ ਸਮਝ ਕੇ ਹੀ ਮੈਂਬਰ ਬਣਾਉਣੇ ਚਾਹੀਦੇ ਨੇ SGPC ਤੇ। ਨਹੀਂ ਦੇਖੋ, ਜਨਰਲ ਹਾਊਸ ਦਾ ਤਾਂ ਅੱਜ ਇਲੈਕਸ਼ਨ ਕਰਾ ਹੀ ਨਹੀਂ ਰਹੇ ਉਹ ਮੈਂਬਰ, ਤਾਂ ਉਹ ਜਿਹੜੇ ਪੁਰਾਣੇ ਹੈਗੇ ਉਹਨਾਂ ਨੂੰ ਹੀ ਅਜੇ ਉਹ ਉੱਪਰ ਥੱਲੇ ਕਰਕੇ ਮਤਲਬ ਚੇਂਜ ਕਰਨ ਦੀ ਕੋਸ਼ਿਸ਼ ਕਰਨ। ਜੇ ਜਨਰਲ ਹਾਊਸ ਦੀ ਇਲੈਕਸ਼ਨ ਹੁੰਦੀ ਹੈ, ਸਾਰੇ ਮੈਂਬਰਾਂ ਦੀ ਚੋਣ ਪਬਲਿਕ ਦੁਬਾਰਾ ਨਵੇਂ ਸਿਰੋਂ ਕਰੇਗੀ ਅਤੇ ਉਹਦੇ ਵਿੱਚ ਤਾਂ ਫਿਰ ਬਿਲਕੁਲ ਫਰੈਸ਼ ਫੇਸ ਆਉਣਗੇ। ਉਹ ਕਿੱਧਰ ਨੂੰ ਗੱਲ ਜਾਏਗੀ ਉਹ ਸਮਾਂ ਦੱਸੇਗਾ। ਲੇਕਿਨ ਫਿਲਹਾਲ ਜੋ ਦੇਖਣ ਨੂੰ ਮਿਲ ਰਿਹਾ ਕਿ ਵੀ ਇਹ ਸ਼ਾਇਦ ਇਸ ਨਵੰਬਰ ਦੇ ਵਿੱਚ ਹੀ ਬਹੁਤ ਜਲਦੀ ਉਹ ਕੁਛ ਨਾ ਕੁਛ ਪੰਜਾਬ ਦੀ ਰਾਜਨੀਤੀ ਦੇ ਵਿੱਚ ਭੁਚਾਲ ਦਿੱਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਇੱਕ ਆਖਰੀ ਸਵਾਲ ਇਹੀ ਹੈ ਕਿ ਜੇ ਇਸ ਦੀ ਬੀਜੇਪੀ ਥਾਪੜਾ ਦੇ ਕੇ ਤੋਰਦੀ, ਅਕਾਲੀ ਟਕਸਾਲੀ ਹੋ ਗਏ ਜਾਂ ਹੋਰ ਕਿਸੇ ਨੂੰ ਥਾਪੜਾ ਦਿੰਦੀ ਹੈ, ਜੋ SGPC ਦੀ ਚੋਣਾਂ ਦੇ ਵਿੱਚ ਜਾਂ SGPC ਤੇ ਕਾਬਜ਼ ਹੋ ਜਾਂਦੀ ਹੈ, ਫਿਰ ਤੁਹਾਨੂੰ ਲੱਗਦਾ ਕਿ ਲੋਕ ਇਸ ਚੀਜ਼ ਨੂੰ ਪ੍ਰਵਾਨ ਕਰਨਗੇ? ਦੇਖੋ, ਇੱਕ ਵਾਰੀ ਤਾਂ ਜਿਵੇਂ ਪੰਜਾਬ ਦੇ ਲੋਕੀ ਰਿਜ਼ੈਂਟਮੈਂਟ ਹੈਗੀ ਆ ਉਹਨਾਂ ਨੂੰ ਬਾਦਲ ਪਰਿਵਾਰ ਦੇ ਖਿਲਾਫ, ਔਰ ਇਹ ਸਾਰੇ ਬਹਿਬਲ ਕਲਾਂ ਬਰਗਾੜੀ ਦੀ ਜਿਹੜੀ ਇੰਸੀਡੈਂਟਸ ਹੋਈਆਂ, ਹੋਰ ਬਹੁਤ ਸਾਰੇ ਇਸ਼ੂਜ਼ ਹੈਗੇ ਆ, ਉਸ ਤੋਂ ਤਾਂ ਇੱਕ ਵਾਰੀ ਰਾਤ ਆਏਗੀ। ਪਰ ਉਹ ਕਿੰਨੀ ਦੇਰ ਚੱਲੇਗੀ ਇਹ ਇਹਨਾਂ ਦੇ ਉੱਤੇ ਚੱਲੇਗਾ ਬਈ ਇਹ ਵੀ ਕਿਤੇ ਬਾਦਲ ਪਰਿਵਾਰ ਦੀ ਲਾਈਨਾਂ 'ਤੇ ਨਾ ਚੱਲ ਪੈਣ, ਕਿਉਂਕਿ ਮੈਂਬਰਸ ਤਾਂ ਉਹੀ ਹੈਗੇ ਆ ਅਤੇ ਖਾਲੀ ਬੈਨਰ ਹੀ ਚੇਂਜ ਹੋਣਾ। ਸੋ ਇਹ ਸਮਾਂ ਦੱਸੇਗਾ। ਲੇਕਿਨ ਇੱਕ ਵਾਰੀ ਤਾਂ ਜ਼ਰੂਰ ਮਤਲਬ ਸੁੱਖ ਦਾ ਸਾਹ ਜਿਹੜਾ ਹੈਗਾ ਪੰਜਾਬ ਦੇ ਲੋਕੀ ਮਹਿਸੂਸ ਕਰਨਗੇ। ਉਹ ਹਕੀਕਤ 'ਚ ਹੋਵੇ ਜਾਂ ਨਾ ਹੋਵੇ ਉਹ ਵੱਖਰੀ ਚੀਜ਼ ਹੈ, ਪਰ ਉਹਨਾਂ ਨੂੰ ਲੱਗੇਗਾ ਵੀ ਤਬਦੀਲੀ ਆ ਗਈ ਹੈ। ਜੇ ਜੇ ਤੁਸੀਂ ਕਿਹਾ ਵੀ ਇਲੈਕਸ਼ਨ ਹੋਣੀ ਨਹੀਂ, ਜੇ ਬਾਈ ਚਾਂਸ ਇਲੈਕਸ਼ਨ ਹੋ ਜਾਂਦੇ ਨੇ, ਫਿਰ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਇਸ ਮੂਡ ਵਿੱਚ ਹੈਗੇ ਨੇ ਕਿ SGPC ਮੈਂਬਰ ਹੀ ਬਦਲਦੀ ਹੈ? ਉਹ ਤਾਂ ਬਿਲਕੁਲ ਮੈਂ ਮੰਨਦਾ ਕਿ ਬਈ ਇਹਨਾਂ ਜਿਹੜੇ ਪ੍ਰੈਜੈਂਟ ਸੈਟਅਪ ਹੈਗਾ ਇਹਦੇ ਨਾਲ ਪਬਲਿਕ ਨਹੀਂ ਹੈ। ਜੇ ਪਬਲਿਕ ਇਹਨਾਂ ਦੇ ਨਾਲ ਹੁੰਦੀ ਤਾਂ ਵਿਧਾਨ ਸਭਾ ਦੇ ਵਿੱਚ ਇਹ ਬਿਲਕੁਲ ਤੀਜੇ ਨੰਬਰ 'ਤੇ ਨਾ ਪਹੁੰਚਦੇ, ਕਿਉਂਕਿ ਅਕਾਲੀ ਦਲ ਦਾ ਵੱਡਾ ਇਤਿਹਾਸ ਹੈ। ਅਤੇ ਇਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਨਕਾਰਿਆ ਅਤੇ ਉਹ ਚੀਜ਼ ਤਾਂ SGPC ਇਲੈਕਸ਼ਨਾਂ ਦੇ ਵਿੱਚ ਜ਼ਿਆਦਾ ਵਧੇਗੀ, ਘਟੇਗੀ ਨਹੀਂ, ਵਧੇਗੀ, ਮੈਂ ਮੰਨਦਾ। ਇਸ ਤਰ੍ਹਾਂ ਸਾਡੇ ਨਾਲ ਅਮਰਿੰਦਰ ਸਿੰਘ ਜੋ ਕਿ SGPC ਦੇ ਸਾਬਕਾ ਮੈਂਬਰ ਰਹਿ ਚੁੱਕੇ ਨੇ, ਇਹਨਾਂ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇ ਇੱਥੇ BJP SGPC ਤੇ ਕਾਬਜ਼ ਹੋ ਜਾਂਦੀ ਹੈ ਇੱਕ ਵਾਰੀ ਤਾਂ ਅਕਾਲੀ ਦਲ ਤੋਂ ਇੱਥੇ ਖਹਿੜਾ ਛਡਾਇਆ ਜਾ ਸਕਦਾ, ਪਰ ਕਿੰਨਾ ਕੁ ਸਮਾਂ ਚੱਲੇਗਾ ਇਹ ਸਮਾਂ ਦੱਸੂਗਾ। ਪਰ ਦੂਸਰੇ ਪਾਸੇ ਨੂੰ ਆਪਾਂ ਗੱਲ ਕਰ ਲਈ ਇਲੈਕਸ਼ਨਾਂ ਦੀ, ਇਲੈਕਸ਼ਨ ਹੋਈ ਨਹੀਂ ਤਕਰੀਬਨ 10 ਸਾਲ ਹੋ ਗਏ ਨੇ, ਹੁਣ ਤੱਕ ਵੀ SGPC ਦੇ ਸਾਰੇ 10 ਸਾਲ ਤੋਂ ਉਹੀ ਮੈਂਬਰ ਚੱਲਦੇ ਆ ਰਹੇ ਨੇ।
ਹੁਣ ਨਵੰਬਰ ਦੇ ਵਿੱਚ ਇਹਨਾਂ ਦਾ ਕਹਿਣਾ ਕਿ ਨਵੰਬਰ ਦੇ ਵਿੱਚ ਹੋ ਸਕਦਾ ਕਿ ਇੱਥੇ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਜਾਂ ਐਸਜੀਪੀਸੀ ਦਾ ਪਲਟ ਹੋ ਜਾਵੇ, ਇੱਥੇ ਬਦਲਿਆ ਜਾ ਸਕਦਾ ਹੈ। ਪਰ ਕਿਤੇ ਨਾ ਕਿਤੇ ਐਸਜੀਪੀਸੀ ਦੇ ਇਲੈਕਸ਼ਨ ਤੇ ਪੰਜਾਬ ਦੇ ਵਿੱਚ ਸਿਆਸਤ ਚੋਣਾਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ। ਸਾਰੇ ਹੀ ਵੋਟ ਲੈਣ ਦੇ ਪਿੱਛੇ ਕਿਤੇ ਨਾ ਕਿਤੇ ਐਸਜੀਪੀਸੀ ਦੇ ਇਲੈਕਸ਼ਨ ਨੂੰ ਇਸਤੇਮਾਲ ਕਰਦੇ ਨੇ, ਚਾਹੇ ਕੋਈ ਵੀ सियासी पार्टी होवे। केमिकल युक्त रिफाइंड ऑयल से छुटकारा पाए, नैनो टेक्नोलॉजी कपड़े से फिल्टर्ड ज़ारा कच्ची घानी मस्टर्ड ऑयल अपनाएं। फ्रॉम द हाउस ऑफ नाइसा मस्टर्ड ऑयल।